मोबिलिटी स्कीम उस बारे मैं चाहूँगी तुसीं साडे दर्शकों को जरूर दसो। ये ਉਹ ਸਕੀਮ ਹੈ ਜਿਹੜੀ ਹਰੇਕ ਉਸ ਯੂਥ ਨੂੰ ਜੋ 18 ਤੋਂ ਲੈ ਕੇ 30 ਸਾਲ ਦੀ ਉਮਰ ਦੇ ਵਿੱਚ ਹੈ, ਘੱਟੋ ਘੱਟ ਜਿਹਨੇ ਗ੍ਰੈਜੂਏਸ਼ਨ ਕੀਤੀ ਹੈਗੀ ਹੈ, ਉਹ ਉਸ ਤੋਂ ਬਾਅਦ ਚਾਹੇ ਉਹਦਾ ਵਰਕ ਐਕਸਪੀਰੀਅੰਸ ਹੈਗਾ ਨਹੀਂ ਹੈਗਾ ਡਜ਼ਨਟ ਮੈਟਰ, ਪਲੱਸ ਜਿਹਦੇ ਕੋਲ ਆਪਣੇ ਆਪ ਤੇ ਖਰਚਣ ਲਈ 2530 ਪਾਉਂਡ ਅਪਰੋਕਸੀਮੇਟਲੀ ਪੌਣੇ 3 ਲੱਖ ਰੁਪਇਆ ਹੋ ਗਿਆ। ਇਹ ਹੈਗਾ ਜਿਹੜਾ ਨੰਬਰ ਫਿਕਸ ਹੋਇਆ ਪਹਿਲੇ ਡਰਾਅ ਦਾ, ਉਹ ਲੱਕੀ ਬੰਦੇ 2400 ਬੰਦੇ ਮਤਲਬ ਘੱਟ ਲੈਸ ਦੈਨ 4 ਲੱਖ ਦੇ ਅੰਦਰ ਅੰਦਰ ਯੂਕੇ ਪਹੁੰਚ ਜਾਣਗੇ। ਆਇਲਸ ਉੱਥੇ ਕੰਪਲਸਰੀ ਨਹੀਂ ਹੈਗਾ। ਡਾਕੂਮੈਂਟਡ ਆਇਲਸ ਪੀਟੀ ਜਾਂ ਹੋਰ ਕਿਸੇ ਵੀ ਤਰੀਕੇ ਦਾ ਇੰਗਲਿਸ਼ ਦਾ ਟੈਸਟ ਨਹੀਂ ਚਾਹੀਦਾ ਹੈ। 2530 ਪਾਉਂਡ ਦਾ ਤਕਰੀਬਨ ਪੌਣੇ 3 ਲੱਖ ਰੁਪਇਆ ਇੱਕ ਐਪਲੀਕੈਂਟ ਕੋਲ ਹੋਣਾ ਚਾਹੀਦਾ ਹੈ। ਇਹਦਾ ਬੈਕਗਰਾਊਂਡ ਬੜਾ ਸਿੰਪਲ ਹੈ। ਜਿੱਦਣ ਤੁਹਾਡਾ ਵੀਜ਼ਾ ਲੱਗਿਆ ਤੁਸੀਂ ਯੂਕੇ ਜਾ ਕੇ ਆਪਣੀ ਕੰਮ ਦੀ ਤਲਾਸ਼ ਸ਼ੁਰੂ ਕਰੋਗੇ ਤੇ ਇਹ ਮਤਲਬ ਕਾਮਨ ਸੈਂਸ ਹੈ, ਕੰਮ ਲੱਭਣ ਨੂੰ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹੈਗਾ। ਤਾਂ ਸ਼ੁਰੂ ਵਾਲੇ ਜਿਹੜੇ ਦਿਨ ਜਾਂ ਮਹੀਨੇ ਹੈਗੇ ਆ ਉਹਦੇ ਲਈ ਤੁਹਾਡੇ ਕੋਲ ਆਪਣੇ ਪੈਸੇ ਹੈਗੇ ਆ ਆਪਣੇ ਆਪ ਤੇ ਖਰਚਣ ਲਈ, ਚਾਹੇ ਉਹ ਰਹਿਣਾ ਸਹਿਣਾ ਹੈਗਾ। ਯੂਥ ਮੋਬਿਲਿਟੀ ਸਕੀਮ ਦੀ ਇਹ ਸਪੈਸੀਫਿਕਲੀ ਉਹਨਾਂ ਵਾਸਤੇ ਹੈਗੀ ਹੈ ਜਿਹੜਾ ਸੋਲੋ ਟਰੈਵਲ ਕਰਨਾ ਚਾਹੁੰਦਾ, ਇਕੱਲਾ ਜਾਣਾ ਚਾਹੁੰਦਾ। ਬੇਸਿਕਲੀ ਹਮੇਸ਼ਾ ਤੋਂ ਹੀ ਲੇਬਰ ਮਾਰਕੀਟ ਜਿਹੜੀ ਉੱਥੇ ਹੈਗੀ ਹੈ ਉਹਨੂੰ ਲੈ ਕੇ ਬੜੀ ਸੈਂਸਿਟਿਵ ਹੈਗੀ ਹੈ ਜਾਂ ਗੋ ਗੈਟਰ ਹੈਗੀ ਹੈ। UKVI ਦੀ ਤੁਸੀਂ ਜੌਬ ਸਰਚ ਕਰੋਗੇ, ਰਿਨਿਊਏਬਲ એનર્ਜੀ ਹੋ ਗਿਆ, ਮੈਨੇਜਮੈਂਟ ਹੋ ਗਿਆ, ਫਾਈਨੈਂਸ ਹੋ ਗਿਆ, ਅਕਾਊਂਟੈਂਟ ਹੋ ਗਿਆ, ਬਹੁਤ ਸਾਰੀ ਜੌਬਸ ਅਵੇਲੇਬਲ ਹੈ। ESS ਗਲੋਬਲ ਆਪਣੇ ਜਿਹੜੀ ਕਮਾਈ ਹੈਗੀ ਹੈ ਉਦੋਂ ਕਰਦਾ ਜਿੱਦਣ ਤੁਹਾਡਾ ਵੀਜ਼ਾ ਆਉਂਦਾ ਹੈ। ਤਾਂ ਕੰਮ ਕਰਨ ਦਾ ਮਕਸਦ ਇੱਕੋ ਹੈ, ਤੁਹਾਡਾ ਸਕਸੈਸ। ਅਨਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਵਿੰਦਰ ਕੌਰ ਸਵਾਗਤ ਕਰਦੀ ਹਾਂ। ਸੋ ਜੇ ਤੁਸੀਂ ਵੀ ਬਾਹਰ ਜਾਣ ਦੇ ਚਾਹਵਕ ਹੋ ਤੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਆਪਣੀਆਂ ਪ੍ਰੋਬਲਮਸ ਜਿਹੜੀਆਂ ਸੋਲਵ ਨਹੀਂ ਕਰ ਪਾ ਰਹੇ, ਤਾਂ ਤੁਹਾਡੇ ਲਈ ਅਸੀਂ ESS ਗਲੋਬਲ ਦੇ ਜਿਹੜੇ ਮੇਨ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਵਾਉਂਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ। ਸਾਡੇ ਨਾਲ ਮੌਜੂਦ ਨੇ ਰੋਹਿਤ ਸੈਠੀ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ? ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ। ਕਿਸ ਤਰ੍ਹਾਂ ਚੱਲ ਰਹੀ ਹੈ ਸਰ ਜ਼ਿੰਦਗੀ ਇੰਨੇ ਬਿਜ਼ੀ ਸ਼ੈਡਿਊਲ ਦੇ ਵਿੱਚ? ਮੈਨੂੰ ਤਾਂ ਐਂ ਲੱਗਦਾ 2023 ਇੰਡੀਅਨਸ ਵਾਸਤੇ, ਸਪੈਸ਼ਲੀ ਨਾਰਥ ਇੰਡੀਅਨਸ ਵਾਸਤੇ ਇੰਨੀ ਸਾਰੀ ਓਪਰਚੁਨਿਟੀਜ਼ ਲੈ ਕੇ ਆਇਆ ਹੈਗਾ। ਜਿੱਥੇ ਆਪਾਂ ਬਾਹਰ ਜਾਣ ਦੀ ਗੱਲ ਕਰੀਏ, ਇਮੀਗ੍ਰੇਸ਼ਨ ਦੀ ਗੱਲ ਕਰੀਏ, ਵਰਕ ਪਰਮਿਟਸ ਦੀ ਗੱਲ ਕਰੀਏ, ਔਰ ਐਲਸ ਜਿਹੜਾ ਸਭ ਤੋਂ ਵੱਡੀ ਨਿਊਜ਼ ਦੀ ਵੇਟ ਹੁੰਦੀ ਪਈ ਸੀ ਯੂਕੇ ਦੇ ਵਿੱਚ ਪਿਛਲੇ 1.5 ਸਾਲਾਂ ਤੋਂ, ਉਹ ਵੀ ਝੋਲੀ 'ਚ ਆ ਡਿੱਗੀ 2 ਦਿਨ ਪਹਿਲਾਂ। ਤਾਂ 2023 ਨੇ ਬਹੁਤ ਜ਼ਿਆਦਾ ਬਿਜ਼ੀ ਰੱਖਿਆ ਹੋਇਆ ਰਿਜ਼ਲਟ ਦੇ ਮਾਮਲੇ ਵਿੱਚ ਵੀ ਤੇ ਕੰਮ ਦੇ ਮਾਮਲੇ ਵਿੱਚ ਵੀ ਤੇ ਤੁਹਾਡੇ ਨਾਲ ਜੁੜਨ ਦੇ ਮਾਮਲੇ ਵਿੱਚ ਵੀ। ਸੋ ਅਸੀਂ ਕਾਫੀ ਮੈਨੂੰ ਲੱਗਦਾ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਆਏ ਹਾਂ। ਸੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਯੂਕੇ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ, ਯੂਥ ਮੋਬਿਲਿਟੀ ਸਕੀਮ, ਉਸ ਬਾਰੇ ਮੈਂ ਚਾਹੂੰਗੀ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਵੈਲ ਇਹ ਉਹ ਸਕੀਮ ਹੈ ਜੀ ਜਿਹਦਾ ਅਸੀਂ ਸਭ ਤੋਂ ਪਹਿਲਾਂ ਅਨਾਊਂਸਮੈਂਟ ਕੀਤਾ ਸੀ ਅੱਜ ਤੋਂ ਆਈ ਥਿੰਕ ਸਾਲ ਪਹਿਲਾਂ ਜਾਂ 8 ਮਹੀਨੇ ਪਹਿਲਾਂ, ਕਿਉਂਕਿ ਉਸ ਟਾਈਮ ਪੂਰੀ ਉਮੀਦ ਸੀ ਇਹ ਸਕੀਮ ਲਾਂਚ ਹੋਏਗੀ। ਬਟ ਕਿਸੇ ਕਾਰਨਾਂ ਕਰਕੇ ਗਵਰਨਮੈਂਟ ਪਾਲਿਸੀਜ਼ ਔਰ ਕਿਤੇ ਇਹਨਾਂ ਦੀ ਮੀਟਿੰਗ ਸਿਰੇ ਨਹੀਂ ਚੜੀ ਤੇ ਇਸ ਕਰਕੇ ਜਿਹੜੀ ਹੈ ਉਸ ਸਕੀਮ ਇੰਡੀਆ ਵਾਸਤੇ ਅਨਾਊਂਸ ਨਹੀਂ ਹੋਈ। ਵੈਲ ਟੂ ਆਵਰ ਸਰਪ੍ਰਾਈਜ਼ 2-3 ਦਿਨ ਪਹਿਲਾਂ ਸਡਨਲੀ ਇੱਕ ਪੌਪਅਪ ਆਉਂਦਾ ਹੈ, ਯੂਥ ਮੋਬਿਲਿਟੀ ਸਕੀਮ ਫਾਰ ਇੰਡੀਅਨ ਗ੍ਰੈਜੂਏਟਸ ਲਾਂਚਡ। ਤੇ ਸਾਡਾ ਤਾਂ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਿਹਾ ਸੀ। ਨਾਲ ਦੀ ਨਾਲ ਹੀ ਫੇਸਬੁੱਕ ਤੇ ਲਾਈਵ ਕੀਤਾ, ਇਨਫੋਰਮੇਸ਼ਨ ਗੈਦਰ ਕੀਤੀ, 4 ਸੋਲਿਸਿਟਰਸ ਨਾਲ ਬੈਕ ਇਨ ਦਾ ਯੂਕੇ ਗੱਲ ਕੀਤੀ ਐਂਡ ਤੁਹਾਡੇ ਨਾਲ ਉਹ ਇਨਫੋਰਮੇਸ਼ਨ ਨਾਲ ਦੀ ਨਾਲ ਸਾਂਝੀ ਕੀਤੀ ਆਪਣੇ ਫੇਸਬੁੱਕ ਲਾਈਵ ਦੇ ਜ਼ਰੀਏ ਜਾਂ ਫੇਸਬੁੱਕ ਸ਼ੋਅ ਦੇ ਜ਼ਰੀਏ। ਇਹ ਉਹ ਸਕੀਮ ਹੈ ਜਿਹੜੀ ਹਰੇਕ ਉਸ ਯੂਥ ਨੂੰ ਜੋ 18 ਤੋਂ ਲੈ ਕੇ 30 ਸਾਲ ਦੀ ਉਮਰ ਦੇ ਵਿੱਚ ਹੈ, ਘੱਟੋ ਘੱਟ ਜਿਹਨੇ ਗ੍ਰੈਜੂਏਸ਼ਨ ਕੀਤੀ ਹੈਗੀ ਹੈ, ਉਹ ਉਸ ਤੋਂ ਬਾਅਦ ਚਾਹੇ ਉਹਦਾ ਵਰਕ ਐਕਸਪੀਰੀਅੰਸ ਹੈਗਾ ਨਹੀਂ ਹੈਗਾ ਡਜ਼ਨਟ ਮੈਟਰ, ਪਲੱਸ ਜਿਹਦੇ ਕੋਲ ਆਪਣੇ ਆਪ ਤੇ ਖਰਚਣ ਲਈ 2530 ਪਾਉਂਡ ਅਪਰੋਕਸੀਮੇਟਲੀ ਪੌਣੇ 3 ਲੱਖ ਰੁਪਇਆ ਹੋ ਗਿਆ। ਇਹ ਹੈਗਾ ਉਹ ਅੱਜ ਯੂਕੇ ਜਾਣ ਲਈ ਬੈਲਟ ਸਿਸਟਮ ਦੇ ਅੰਡਰ, ਲੋਟਰੀ ਸਿਸਟਮ ਦੇ ਅੰਡਰ ਆਪਣੀ ਇੱਛਾ ਜ਼ਾਹਿਰ ਕਰ ਸਕਦਾ ਹੈ ਯੂਕੇ ਸਰਕਾਰ ਨੂੰ। ਹੁਣ ਉਹ ਯੂਕੇ ਸਰਕਾਰ ਆਪਣੇ ਤਰੀਕੇ ਨਾਲ ਬੈਲਟ ਦਾ ਡਰਾਅ ਕੱਢੇਗੀ, ਜਿਹਦਾ ਕਿ ਫਰਵਰੀ ਵਿੱਚ ਜਿਹੜਾ ਡਰਾਅ ਆਉਣਾ, ਫਰਵਰੀ ਜਿਹੜਾ ਉਹਨਾਂ ਨੇ ਸਲੋਟ ਖੋਲ੍ਹਿਆ ਜਿਹਦਾ ਡਰਾਅ ਮਾਰਚ ਦੇ ਵਿੱਚ ਆਉਣਾ ਹੈ। 2400 ਜਿਹੜਾ ਨੰਬਰ ਫਿਕਸ ਹੋਇਆ ਪਹਿਲੇ ਡਰਾਅ ਦਾ, ਉਹ ਲੱਕੀ ਬੰਦੇ 2400 ਬੰਦੇ ਮਤਲਬ ਘੱਟ ਲੈਸ ਦੈਨ 4 ਲੱਖ ਦੇ ਅੰਦਰ ਅੰਦਰ ਯੂਕੇ ਪਹੁੰਚ ਜਾਣਗੇ ਇਨ ਮਾਰਚ ਔਰ ਅਪ੍ਰੈਲ। ਫਿਰ ਚਾਹੇ ਤੁਸੀਂ ਗ੍ਰੈਜੂਏਟ ਹੈਗੇ ਹੋ, ਐਕਸਪੀਰੀਅੰਸ ਹੈਗਾ ਜਾਂ ਐਕਸਪੀਰੀਅੰਸ ਨਹੀਂ ਹੈਗਾ, ਕੁਝ ਫਰਕ ਨਹੀਂ ਪਏਗਾ।
ਅਗੇਨ ਇਹ ਜਿਹੜਾ ਵੀਜ਼ਾ ਹੈ ਇਹ ਕੰਮ ਕਰਨ ਦੀ ਪਰਮਿਸ਼ਨ ਦਿੰਦਾ UK ਦੇ ਵਿੱਚ ਫॉर 2 ਇਅਰਸ। ਇਹ ਵੀਜ਼ਾ ਅੱਜ ਨਵਾਂ ਨਹੀਂ ਹੈਗਾ, ਅੱਜ ਤੋਂ 10 ਸਾਲ ਪਹਿਲਾਂ ਵੀ ਇੱਕ ਇਹ 10-12 ਸਾਲ ਪਹਿਲਾਂ ਟੂ ਬੀ ਵੈਰੀ ਐਗਜ਼ੈਕਟ ਇੱਕ ਵੀਜ਼ਾ ਆਇਆ ਸੀ ਵਰਕਿੰਗ ਹੌਲੀਡੇ ਮੇਕਰ। ਇਹ ਉਹਦਾ ਅਪਗ੍ਰੇਡ ਵਰਜ਼ਨ ਹੈਗਾ, ਜਿੱਥੇ ਇਹ ਓਪਰਚੁਨਿਟੀ UK ਗਵਰਨਮੈਂਟ ਹਰੇਕ ਉਸ ਯੂਥ ਨੂੰ ਦਿੰਦੀ ਹੈ ਜਿਹੜਾ ਇਸ ਏਜ ਬ੍ਰੈਕਟ ਦੇ ਵਿੱਚ ਆਉਂਦਾ ਹੈ। ਤੁਸੀਂ ਆ ਕੇ UK ਦਾ ਵਰਕ ਕਲਚਰ ਇੰਜੋਏ ਕਰੋ, ਕੋਈ ਤੁਹਾਡੀ ਇੰਪਲੀਕੇਸ਼ਨ ਨਹੀਂ ਹੈ, ਕੋਈ ਤੁਹਾਡੀ ਰੂਲਸ ਤਾਂ ਡੈਫੀਨੇਟਲੀ ਹੋਣਗੇ, ਕੋਈ ਤੁਹਾਡਾ ਪੜ੍ਹਨ ਦਾ ਕੰਡੀਸ਼ਨ ਨਹੀਂ ਹੈਗਾ ਐਂਡ ਦੇਰ ਆਰ ਨੋ ਸਟ੍ਰਿੰਗਸ ਅਟੈਚ ਟੂ ਦੈਟ। 2 ਸਾਲ ਪੂਰਾ UK ਕਲਚਰ, UK ਵਰਕ ਇਨਵਾਇਰਨਮੈਂਟ ਐਂਡ ਪਾਊਂਡ ਇਕੱਠੇ ਕਰੋ, ਉਸ ਤੋਂ ਬਾਅਦ ਆਪਣੇ ਦੇਸ਼ ਆ ਜਾਓ। ਓਕੇ, ਸੋ ਇਹ ਤਾਂ ਹੋ ਗਈ ਉਹਨਾਂ ਦੀ ਗੱਲ। ਤੇ ਇਹਦੇ ਵਿੱਚ ਉਹਨਾਂ ਨੂੰ ਆਇਲਸ ਕੰਪਲਸਰੀ ਹੈ ਜਾਂ ਨਹੀਂ? ਨਹੀਂ, ਇਹ ਸਭ ਤੋਂ ਵਧੀਆ ਬਿਊਟੀ ਹੈ ਜੀ, ਆਇਲਸ ਉੱਥੇ ਕੰਪਲਸਰੀ ਨਹੀਂ ਹੈਗਾ, ਜਿਹੜਾ ਐਜ਼ ਅ ਡਾਕੂਮੈਂਟੇਸ਼ਨ ਵਾਲੇ ਪਾਸੇ ਜਾਂਦੇ ਹੈ। ਹਾਊਐਵਰ ਜਦ UK ਗਵਰਨਮੈਂਟ ਇੰਟਰਵਿਊ ਲੈ ਸਕਦੀ ਹੈ, ਇਹ ਜਿਵੇਂ ਵੀਜ਼ਾ ਇੰਟਰਵਿਊ ਹੁੰਦਾ ਹੈ UK VI ਦਾ, ਉਸ ਟਾਈਮ ਜੋ ਇੰਟਰਵਿਊ ਆਉਂਦਾ ਉੱਥੇ ਡੈਫੀਨੇਟਲੀ ਐਕਸਪੈਕਟ ਕੀਤਾ ਜਾਂਦਾ ਤੁਸੀਂ ਉਹ ਸਵਾਲਾਂ ਦੇ ਜਵਾਬ ਇੰਗਲਿਸ਼ ਦਿਓਗੇ, ਕਿਉਂਕਿ ਯਾਦ ਰੱਖੋ ਇਹ ਪੜ੍ਹਨ ਦਾ ਵੀਜ਼ਾ ਨਹੀਂ, ਇਹ ਕੰਮ ਕਰਨ ਦਾ ਵੀਜ਼ਾ ਹੈ। ਹੁਣ ਉਹਨਾਂ ਦੀ ਦੁਨੀਆ ਦੇ ਵਿੱਚ ਇਹ ਕੰਮ ਤੁਸੀਂ ਆਫਿਸ ਦੇ ਬੈਠ ਕੇ ਵੀ ਕਰੋਗੇ, ਕੋਈ ਪਬਲਿਕ ਡੀਲਿੰਗ ਵਾਲਾ ਕੰਮ ਵੀ ਕਰੋਗੇ। ਜੇ ਉੱਥੇ ਭਾਸ਼ਾ ਦਾ ਕਮਾਂਡ ਹੀ ਨਹੀਂ ਆਇਆ, ਤੁਹਾਨੂੰ ਸਮਝ ਨਹੀਂ ਆਈ ਕੀ ਬੰਦਾ ਪੁੱਛਦਾ ਪਿਆ ਹੈਗਾ, ਤਾਂ ਉਹ ਚੀਜ਼ਾਂ ਵੈਸੇ ਨੈਗੇਟਿਵ ਹੋ ਜਾਂਦੀਆਂ ਹੈਗੀਆਂ। ਤਾਂ ਉਹਦੇ ਕਰਕੇ ਜੇ ਇੰਟਰਵਿਊ ਆਉਂਦਾ ਹੈ ਤਾਂ ਡੈਫੀਨੇਟਲੀ ਇਹ ਅਨਸੈਡ ਕਮਿਊਨੀਕੇਸ਼ਨ ਹੈ ਜੀ, ਜਿੱਥੇ ਉਹਨਾਂ ਨੂੰ ਲਿਖਣ ਦੀ ਲੋੜ ਨਹੀਂ ਪੈਂਦੀ ਵੀ ਉਹ ਤੁਸੀਂ ਇੰਟਰਵਿਊ ਇੰਗਲਿਸ਼ ਵਿੱਚ ਹੀ ਦਿਓਗੇ। ਡਾਕੂਮੈਂਟਡ ਆਇਲਸ PT ਜਾਂ ਹੋਰ ਕਿਸੇ ਵੀ ਤਰੀਕੇ ਦਾ ਇੰਗਲਿਸ਼ ਦਾ ਟੈਸਟ ਨਹੀਂ ਚਾਹੀਦਾ ਹੈਗਾ। ਓਕੇ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਇਸ ਚੀਜ਼ ਦੇ ਵਿੱਚ ਵੀ ਫੰਡਸ ਜਿਹੜੇ 3 ਲੱਖ ਸ਼ਾਇਦ ਚਾਹੀਦਾ ਆਪਣੇ ਅਕਾਊਂਟ ਦੇ ਵਿੱਚ, ਉਸ ਚੀਜ਼ ਬਾਰੇ ਵੀ ਪ੍ਰੋਪਰ ਡਿਟੇਲ ਦੇ ਵਿੱਚ ਐਕਸਪਲੇਨ ਕਰ ਦਿਓ। ਉਹ ਜਿਹੜਾ ਫੰਡ ਦਾ ਕ੍ਰਾਈਟੇਰੀਆ ਜੀ 2530 ਪਾਉਂਡ ਦਾ, ਤਕਰੀਬਨ ਪੌਣੇ 3 ਲੱਖ ਰੁਪਇਆ ਇੱਕ ਐਪਲੀਕੈਂਟ ਕੋਲ ਹੋਣਾ ਚਾਹੀਦਾ ਹੈ। ਇਹਦਾ ਬੈਕਗਰਾਊਂਡ ਬੜਾ ਸਿੰਪਲ ਹੈ। ਜਿੱਦਣ ਤੁਹਾਡਾ ਵੀਜ਼ਾ ਲੱਗਿਆ ਤੁਸੀਂ UK ਜਾ ਕੇ ਆਪਣੀ ਕੰਮ ਦੀ ਤਲਾਸ਼ ਸ਼ੁਰੂ ਕਰੋਗੇ ਤੇ ਇਹ ਮਤਲਬ ਕਾਮਨ ਸੈਂਸ ਹੈ, ਕੰਮ ਲੱਭਣ ਨੂੰ ਮਹੀਨਾ 1.5 ਮਹੀਨਾ ਲੱਗ ਜਾਂਦਾ ਹੈਗਾ। ਤਾਂ ਸ਼ੁਰੂ ਵਾਲੇ ਜਿਹੜੇ ਦਿਨ ਜਾਂ ਮਹੀਨੇ ਹੈਗੇ ਆ ਉਹਦੇ ਲਈ ਤੁਹਾਡੇ ਕੋਲ ਆਪਣੇ ਪੈਸੇ ਹੈਗੇ ਆ ਆਪਣੇ ਆਪ 'ਤੇ ਖਰਚਣ ਲਈ, ਚਾਹੇ ਉਹ ਰਹਿਣਾ ਸਹਿਣਾ ਹੈਗਾ, ਕਿਰਾਇਆ ਦੇਣਾ ਹੈਗਾ ਜਾਂ ਕਿਤੇ ਐਂਟਰਟੇਨਮੈਂਟ ਵਾਸਤੇ ਜਾਣਾ ਹੈ, ਕਿਉਂਕਿ ਇਹ ਵੀਜ਼ੇ ਦੇ ਨਾਲ ਤੁਹਾਨੂੰ UK ਗਵਰਨਮੈਂਟ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਕਰਦੀ, ਕਿਉਂਕਿ ਇਹ ਟੈਂਪਰੇਰੀ ਵੀਜ਼ਾ ਹੈਗਾ। ਯੂ ਡੋਂਟ ਹੈਵ ਰਿਸੋਰਸ ਟੂ ਔਰ ਐਕਸੈਸ ਟੂ ਪਬਲਿਕ ਫੰਡਸ ਜਿਹੜੇ ਕਿ ਉੱਥੋਂ ਦੇ ਲੋਕਲ ਵਸਨੀਕਾਂ ਨੂੰ ਮਿਲਦਾ ਹੈਗਾ। ਤਾਂ ਉਹਦੇ ਕਰਕੇ ਤੁਸੀਂ ਆਪਣੇ ਖਰਚੇ ਦੀ ਜ਼ਿੰਮੇਵਾਰੀ ਆਪ ਚੱਕਣੀ ਹੈ। ਇਹਦਾ ਬੈਕਗਰਾਊਂਡ 2530 ਪਾਉਂਡ ਦਾ ਬੜਾ ਸਿੰਪਲ ਜਿਹਾ ਹੈਗਾ ਹੈ। ਪਰ ਕਈ ਲੋਕ ਕੀ ਕਰਦੇ ਆ ਵੀ ਉੱਥੇ ਜਾ ਕੇ 2 ਸਾਲ ਤੋਂ ਬਾਅਦ ਵਾਪਸ ਆਉਣ ਨੂੰ ਕਹਿ ਦਿੰਦੇ ਵੀ ਅਸੀਂ ਵਾਪਸ ਨਹੀਂ ਆਉਣਾ, ਫਿਰ ਉਹਨਾਂ ਵਾਸਤੇ ਵੀ UK ਗਵਰਨਮੈਂਟ ਨੇ ਕੁਝ ਰੂਲਸ ਕੀਤੇ ਹੋਣੇ ਆ? ਦੇਖੋ, ਐਜ਼ ਆਫ ਨਾਓ ਇਹੋ ਜਿਹਾ ਕੋਈ ਰਿਟਨ ਰੂਲ ਨਹੀਂ ਆਇਆ 2 ਸਾਲ ਤੋਂ ਬਾਅਦ ਕਿ ਤੁਸੀਂ ਉੱਥੇ ਰਹਿ ਸਕਦੇ ਹੋ ਤੇ ਕਿਸ ਰੂਲਸ ਦੇ ਹੇਠਾਂ ਰਹੋਗੇ। ਬਟ ਜੇ ਆਪਾਂ ਵੀਜ਼ੇ ਦੀ ਕੰਡੀਸ਼ਨਾਂ ਦੇਖੀਏ, ਇਹ ਤੁਹਾਡੀ ਜ਼ਿੰਮੇਵਾਰੀ ਹੈ 2 ਸਾਲ ਤੋਂ ਬਾਅਦ ਉੱਥੋਂ ਵਾਪਸ ਆਉਣਾ ਜਾਂ ਕਿਸੇ ਦੂਸਰੇ ਕੈਟੇਗਰੀ ਦੇ ਵਿੱਚ ਜੇ ਐਲੀਜੀਬਲ ਹੈਗੇ ਹੋ, ਜੇ ਤੁਹਾਡਾ ਵੀਜ਼ਾ ਅਲਾਉ ਕਰਦਾ ਉਹ 'ਚ ਟਰਾਂਸਫਰ ਹੋਣਾ। ਐਜ਼ ਆਫ ਨਾਓ ਜਿਹੜਾ ਵੀ ਮਟੀਰੀਅਲ ਉਹਨਾਂ ਦੀ UK VI ਦੀ ਵੈਬਸਾਈਟ 'ਤੇ ਹੈ, 2 ਸਾਲ ਦਾ ਵਰਕ ਪਰਮਿਟ ਸਟ੍ਰੇਟ ਔਨ ਫਰਮ ਡੇ 1। ਤੇ 2 ਸਾਲ ਤੋਂ ਬਾਅਦ ਵਰਕ ਪਰਮਿਟ ਜੇ ਕਿਸੇ ਨੇ ਅਪਲਾਈ ਕਰਨਾ ਹੋਵੇ, ਉਹਦੇ ਵਾਸਤੇ ਅੱਜ Tier 2 ਕੈਟੇਗਰੀਜ਼ ਬਣੀਆਂ ਹੋਈਆਂ ਜੀ, ਜਿਹਦੇ ਵਿੱਚ ਤੁਹਾਨੂੰ ਸਰਟੀਫਿਕੇਟ ਆਫ ਸਪਾਂਸਰਸ਼ਿਪ ਲੈ ਕੇ ਤੁਸੀਂ ਆਪਣਾ ਵਰਕ ਪਰਮਿਟ ਐਕਸਟੈਂਡ ਕਰਾ ਸਕਦੇ ਹੋ। ਬਟ ਹਾਲ ਦੀ ਘੜੀ ਜਿਹੜਾ ਮੈਜੋਰਿਟੀ ਆਫ Tier 2 ਵਾਲਾ ਹੈਗਾ ਉਹ ਬੇਸਿਕਲੀ ਜਾਂਦਾ ਹੈਗਾ ਤੁਹਾਡੇ ਹੈਲਥ ਕੇਅਰ ਵਰਕਰ 'ਤੇ, ਅਤੇ ਮੈਂ ਉਹਦੇ ਡਿਫਰੈਂਟ ਵਿਊਜ਼ ਰੱਖਦਾ, ਖੈਰ ਜਿਹੜੇ ਦੁਨੀਆ ਨਾਲ ਪ੍ਰੈਕਟੀਕਲੀ ਮੈਚ ਨਹੀਂ ਕਰਦੇ, ਤਾਂ ਉਹਦੇ ਵਿੱਚ ਨਹੀਂ ਜਾਵਾਂਗਾ। ਬਟ ਟੂ ਆਨਸਰ ਦਿਸ ਕੁਐਸਚਨ, ਯੈਸ ਦੇਰ ਮੇ ਬੀ ਸਮ ਕੈਟੇਗਰੀਜ਼ ਜਿੱਥੇ ਬੰਦਾ ਕੁਆਲੀਫਾਈ ਕਰ ਸਕਦਾ, ਪਰ ਉਹਦੇ ਲਈ ਉਹਨੂੰ ਆਪਣਾ ਹੋਮਵਰਕ ਐਂਡ ਨੌਲੇਜ ਲੈਵਲ ਬੜਾ ਅੱਗੇ ਲੈ ਕੇ ਜਾਣਾ ਪੜੇਗਾ, ਕਿਉਂਕਿ ਕੀ ਤੁਸੀਂ Tier 2 ਤੋਂ ਬਾਅਦ PR ਵਾਲੇ ਪਾਸੇ ਜਾ ਪਾਓਗੇ ਕਿ ਨਹੀਂ ਜਾ ਪਾਓਗੇ, ਇਹ ਤੁਹਾਡੇ ਕਾਸਟ 'ਤੇ ਡਿਪੈਂਡ ਕਰਦਾ ਹੈਗਾ। ਓਕੇ, ਸੋ ਜਿਸ ਤਰ੍ਹਾਂ ਇਹ ਤੁਸੀਂ ਦੱਸ ਰਹੇ ਹੋ ਵੀ ਇੱਕ ਬੰਦਾ ਇਸ ਚੀਜ਼ ਨੂੰ ਅਪਲਾਈ ਕਰ ਸਕਦਾ, ਉਹ ਆਪਣੀ ਫੈਮਿਲੀ ਜਾਂ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦਾ ਹੈ? ਨਹੀਂ ਜੀ, ਇੱਥੇ ਆਹ ਚੀਜ਼ ਜਿਹੜੀ ਹੈਗੀ ਹੈ ਵਰਕਿੰਗ ਯੂਥ ਮੋਬਿਲਿਟੀ ਸਕੀਮ ਦੀ, ਇਹ ਸਪੈਸੀਫਿਕਲੀ ਉਹਨਾਂ ਵਾਸਤੇ ਹੈਗੀ ਹੈ ਜਿਹੜਾ ਸੋਲੋ ਟਰੈਵਲ ਕਰਨਾ ਚਾਹੁੰਦਾ, ਇਕੱਲਾ ਜਾਣਾ ਚਾਹੁੰਦਾ ਹੈ। ਹੁਣ ਇੱਥੇ ਇੱਕ ਸ਼ਰਤ ਵੀ ਹੈਗੀ ਉਹਨਾਂ ਦੀ, ਜੇ ਕਿਸੇ ਐਪਲੀਕੈਂਟ ਦਾ ਬੱਚਾ 18 ਸਾਲ ਤੋਂ ਨੀਚੇ ਹੈ, ਉਹ ਕੁਆਲੀਫਾਈ ਨਹੀਂ ਕਰਦਾ, ਉਹ ਇਹਦੇ ਅੰਡਰ ਅਪਲਾਈ ਨਹੀਂ ਕਰ ਸਕਦਾ। ਉਹਦਾ ਸਿੰਪਲ ਬੈਕਗਰਾਊਂਡ ਜੋ ਮੈਨੂੰ ਸਮਝ ਆਇਆ, ਇਹੋ ਜਿਹਾ ਕੋਈ ਵੀ ਇਨਸਾਨ ਨੂੰ ਉਹ ਕੁਆਲੀਫਾਈ ਨਹੀਂ ਕਰਾਉਣਗੇ ਜਿਨ੍ਹਾਂ ਦੇ ਉੱਤੇ ਬੱਚੇ ਡਿਪੈਂਡੈਂਟ ਨੇ ਫਾਈਨੈਂਸ਼ਲੀ। ਹੁਣ ਜੇ ਘਰ ਪਰਿਵਾਰ ਦਾ ਪਾਪਾ ਹੀ ਚਲੇ ਗਏ ਅਤੇ ਉਹ ਜਾ ਕੇ ਰੁਲਦੇ ਪਏ ਨੇ ਐਂਡ ਪਿੱਛੇ ਫੈਮਿਲੀ ਦਾ ਸਪੋਰਟ ਵੀ ਨਹੀਂ ਰਿਹਾ, ਤਾਂ ਕਿਤੇ ਨਾ ਕਿਤੇ ਉਹ ਇਹਨੂੰ ਨੈਗੇਟਿਵ ਗਿਣਦੇ ਨੇ। ਤਾਂ ਇਹ ਓਪਰਚੁਨਿਟੀ ਹੈਗੀ ਹਰ ਇੱਕ ਉਸ ਸਿੰਗਲ ਬੰਦੇ ਵਾਸਤੇ ਔਰ ਮੈਰਿਡ ਐਪਲੀਕੈਂਟ ਵਾਸਤੇ ਜਿਨ੍ਹਾਂ ਦੇ ਬੱਚੇ ਨਹੀਂ ਹੈਗੇ। ਬਟ ਇਹ ਇੰਡੀਵਿਜੂਅਲ ਅਪਲਾਈ ਹੋਏਗਾ। ਇੱਕ ਐਪਲੀਕੈਂਟ ਜੇ ਸਿਲੈਕਟ ਹੁੰਦਾ ਹੈ
ਤਾਂ ਉਹੀ ਇਕੱਲਾ ਜਾ ਸਕਦਾ ਹੈ। ਉਹਨਾਂ ਦੇ ਬੈਟਰ ਹਾਫ ਚਾਹੇ ਉਹ ਹਸਬੈਂਡ ਹੈ ਜਾਂ ਵਾਈਫ ਹੈ ਉਹ ਨਾਲ ਨਹੀਂ ਜਾ ਸਕਦੇ। ਓਕੇ, ਬਟ ਇਹ ਯੂਕੇ ਗਵਰਨਮੈਂਟ ਹੀ ਕਿਉਂ ਕਰ ਰਹੀ ਹੈ ਇਹ ਸਾਰੀਆਂ ਚੀਜ਼ਾਂ ਅਨਾਉਂਸ? ਦੇਖੋ ਯੂਕੇ ਗਵਰਨਮੈਂਟ ਬੇਸਿਕਲੀ ਹਮੇਸ਼ਾ ਤੋਂ ਹੀ ਲੇਬਰ ਮਾਰਕੀਟ ਜਿਹੜੀ ਉੱਥੇ ਹੈਗੀ ਹੈ ਉਹਨੂੰ ਲੈ ਕੇ ਬੜੀ ਸੈਂਸਿਟਿਵ ਹੈਗੀ ਹੈ ਜਾਂ ਗੋ ਗੈਟਰ ਹੈਗੀ ਹੈ ਇਨ ਟਰਮਸ ਆਫ ਜੇ ਉੱਥੇ ਕਿਸੇ ਨੂੰ ਨੀਡ ਦਿਖਦੀ ਹੈ ਕਿਸੇ ਪਰਟੀਕੂਲਰ ਚੀਜ਼ ਦੀ। ਯੂਕੇ ਜਦ ਦਾ ਯੂਰਪ ਤੋਂ ਜੁਦਾ ਹੋਇਆ, ਇਟ ਇਜ਼ ਲਾਈਕ ਡਾਈਵੋਰਸ ਹੋਇਆ ਉਹਨਾਂ ਦਾ, ਲੇਬਰ ਮਾਰਕੀਟ ਦੀ ਸ਼ਾਰਟੇਜ ਦੀ ਖਬਰਾਂ ਉਦੋਂ ਦੀਆਂ ਆਉਂਦੀਆਂ ਪਈਆਂ ਨੇ। ਚਾਹੇ ਫਿਰ ਉਹ ਸਟੂਡੈਂਟ ਵੀਜ਼ੇ ਰਾਹੀਂ ਡਿਪੈਂਡੈਂਟ ਦਾ ਨਾਲ ਜਾਣਾ ਸੀਗਾ। ਹੁਣ ਡਿਪੈਂਡੈਂਟ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ, ਜੇ ਆਪਾਂ ਸਟੂਡੈਂਟ ਵੀਜ਼ਾ ਵਾਲਾ ਡਿਪੈਂਡੈਂਟ ਦਾ ਕੇਸ ਦੇਖੀਏ, ਡਿਪੈਂਡੈਂਟ ਦੀ ਕੁਆਲੀਫਿਕੇਸ਼ਨ ਕੋਈ ਵੀ ਨਹੀਂ ਪੁੱਛਦਾ। ਤੁਸੀਂ +2 ਪਾਸ ਹੋ ਐਜ਼ ਅ ਡਿਪੈਂਡੈਂਟ, ਤੁਸੀਂ 10ਵੀਂ ਪਾਸ ਹੋ ਜਾਂ ਗ੍ਰੈਜੂਏਸ਼ਨ ਹੋ, ਵੀਜ਼ਾ ਫਾਰਮ ਦੇ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ। ਵੇਅਰਐਜ਼ ਜਿਹੜੀ ਖਬਰਾਂ ਪਿੱਛੇ ਯੂਕੇ ਤੋਂ ਆਈਆਂ ਸੀਗੀਆਂ ਦੈਟ ਹੋ ਸਕਦਾ ਹੈ ਡਿਪੈਂਡੈਂਟ ਵੀਜ਼ਾ ਬੰਦ ਹੋ ਜਾਵੇ ਕਿਉਂਕਿ ਉਹ ਲੋ ਸਕਿਲਡ ਲੇਬਰ ਹੈ। ਮੈਨੂੰ ਲੱਗਦਾ ਹੈ ਉਹਨਾਂ ਨੇ ਆਹੀ ਚੀਜ਼ ਐਡਰੈਸ ਕਰਨ ਨੂੰ ਯੂਥ ਮੋਬਿਲਿਟੀ ਸਕੀਮ ਨੂੰ ਇੰਟਰੋਡਿਊਸ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਘੱਟੋ ਘੱਟ ਤੁਹਾਡਾ ਐਜੂਕੇਸ਼ਨ ਲੈਵਲ ਗ੍ਰੈਜੂਏਸ਼ਨ ਰੱਖਿਆ ਦੈਟ ਐਟਲੀਸਟ ਕੋਈ ਮਿਡਲ ਲੈਵਲ ਦਾ ਬੰਦਾ ਤਾਂ ਆਵੇ ਜਿਹੜਾ ਕਿ ਅੱਛੇ ਦਫ਼ਤਰਾਂ ਦੇ ਵਿੱਚ ਜਾਂ ਪਬਲਿਕ ਡੀਲਿੰਗ ਵਾਲਾ ਕੰਮ ਕਰ ਸਕੇ। ਹੁਣ ਲੋ ਸਕਿਲਡ ਜੌਬ ਜਿਹੜੀ ਉਹਨਾਂ ਦੀ ਕੈਟੇਗਰੀ 'ਚ ਡਿਫਾਈਨ ਹੁੰਦੀ ਹੈ ਨਾ, ਉਹ ਬੇਸਿਕਲੀ ਖੇਤਾਂ ਵਾਲੀ ਹੈਗੀ ਹੈ, ਕੋਈ ਮੀਟ ਵੱਢਣਾ ਹੈਗਾ, ਜਿੱਥੇ ਮੈਨੂੰ ਗੱਲਬਾਤ ਨਹੀਂ ਕਰਨੀ ਪੈ ਰਹੀ, ਬੇਸਿਕਲੀ ਮੈਂ ਆਪਣੇ ਆਪ ਮਸਤ ਹੋ ਕੇ ਕੰਮ ਕਰਦਾ ਪਿਆ, ਉਹ ਲੋ ਸਕਿਲਡ ਜੌਬ ਹੈ। ਹੁਣ ਇਹੋ ਜਿਹਾ ਬੰਦਾ ਹੀ ਇਹੋ ਜਿਹੀ ਜੌਬ ਲਏਗਾ ਜਿਹਨੂੰ ਇੰਗਲਿਸ਼ ਦੇ ਪ੍ਰੋਬਲਮ ਹੈਗੀ ਹੈ, ਜਿਹੜਾ ਗੱਲਬਾਤ ਨਹੀਂ ਕਰ ਪਾਉਂਦਾ। ਹੁਣ ਇਟ ਇਜ਼ ਅਜ਼ਿਊਮ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤੁਹਾਡੇ ਇੰਗਲਿਸ਼ ਸਕਿੱਲ ਤਾਂ ਹੋਣਗੇ, ਡਰ ਹੈਗਾ ਉਹ ਵੱਖਰੀ ਗੱਲ ਹੈ, ਪਰ ਇਹ ਤਾਂ ਨਹੀਂ ਹੋਊਗਾ ਤੁਹਾਨੂੰ ਸਮਝ ਨਹੀਂ ਆਏਗੀ। ਦੈਟ ਇਜ਼ ਦ ਵਨ ਜਿਹੜਾ ਮੈਨੂੰ ਲੱਗਦਾ ਹੈ, ਜਿਹੜਾ ਮੇਰਾ ਟ੍ਰਾਂਸਲੇਸ਼ਨ ਆਫ ਦਾ ਟੈਕਸਟ ਹੈ ਜੋ ਮੈਂ ਪੜ੍ਹਿਆ ਐਂਡ ਜੋ ਗਾਈਡੈਂਸ ਹੋਈ ਸੋਲਿਸਿਟਰਸ ਵੱਲੋਂ ਵੀ, ਉਹ ਇਹੀ ਹੈ ਦੈਟ ਗ੍ਰੈਜੂਏਸ਼ਨ ਵਿਚ ਵਿਲ ਬੀ ਏਬਲ ਟੂ ਫਿਟ ਦੈਮਸੈਲਵਸ ਇਨ ਦਾ ਮਿਡਲ ਲੈਵਲ ਜੌਬਸ, ਜਿੱਥੇ ਕਿ ਯੂਕੇ ਨੂੰ ਅੱਜ ਬਹੁਤ ਜ਼ਿਆਦਾ ਸਖਤ ਲੋੜ ਹੈਗੀ ਹੈ ਲੋਕਾਂ ਦੀ, ਉਹ ਆ ਕੇ ਉੱਥੇ ਫਿੱਟ ਹੋ ਸਕਣ। ਚੈਲੰਜ ਔਰ ਸਟਰਗਲ ਕਿੱਥੇ ਆਊਗਾ ਜੇ ਮੈਂ ਲੋ ਸਕਿਲਡ ਜੌਬ ਵਾਲੇ ਪਾਸੇ ਜਾਣਾ ਜਿੱਥੇ ਆਲਰੇਡੀ ਬੜਾ ਰਸ਼ ਹੈਗਾ। ਤਾਂ ਇਹ ਚੀਜ਼ ਅਨਾਊਂਸਮੈਂਟ ਸਿਰਫ ਉਸੇ ਚੀਜ਼ ਨੂੰ ਕੇਟਰ ਕਰਨ ਵਾਸਤੇ ਕੀਤੀ ਗਈ ਹੈਗੀ ਹੈ ਤਾਂ ਕਿ ਜਿਹੜਾ ਉੱਥੋਂ ਦਾ ਵਰਕ ਫੋਰਸ ਹੈ ਉਹ ਚੱਲਦਾ ਰਹੇ। ਜਿਸ ਤਰ੍ਹਾਂ ਮੇਰਾ ਖੁਦ ਦਾ ਬ੍ਰਦਰ ਵੀ ਯੂਕੇ ਗਿਆ ਹੋਇਆ, ਬਟ ਉਹਦਾ ਇਹ ਕਹਿਣਾ ਵਾ ਵੀ ਯੂਕੇ ਦੇ ਵਿੱਚ ਕੰਮ ਹੈ ਹੀ ਨਹੀਂ, ਬਟ ਯੂਕੇ ਗਵਰਨਮੈਂਟ ਇਹ ਚੀਜ਼ਾਂ ਅਨਾਊਂਸ ਕਰ ਰਹੀ ਆ ਵੀ ਸਾਨੂੰ ਇੰਡੀਆ ਦੇ ਵਿੱਚੋਂ ਲੇਬਰ ਚਾਹੀਦਾ ਵਾ ਤਾਂ ਜੋ ਉੱਥੇ ਆ ਕੇ ਕੰਮ ਕਰਨ। ਦੇਖੋ ਅਗੇਨ ਬੈਕ ਟੂ ਬੇਸਿਕ ਆ ਜਾਓ, ਕੰਮ ਕਿਸ ਕੈਟੇਗਰੀ 'ਚ ਨਹੀਂ ਹੈਗਾ, ਦੈਟ ਇਜ਼ ਯੂ ਰੀਅਲੀ ਨੀਡ ਟੂ ਅੰਡਰਸਟੈਂਡ। ਕਿਵੇਂ ਹੁਣ ਜੇ ਮੇਰਾ ਉੱਥੇ ਕੋਈ ਰਿਸ਼ਤੇਦਾਰ ਹੈਗਾ ਅਤੇ ਉਹ ਇੱਕ ਫੈਕਟਰੀ 'ਚ ਲੱਗਿਆ, ਛੋਟਾ ਜਿਹਾ ਐਗਜ਼ਾਮਪਲ, ਹੁਣ ਉਹਨੂੰ ਉਸੇ ਫੈਕਟਰੀ ਦਾ ਪਤਾ ਹੋਣਾ ਕਿਉਂਕਿ ਇੱਕ ਨਾ ਬੜੀ ਪ੍ਰੈਕਟੀਕਲ ਚੀਜ਼ ਹੈ। ਆਪਾਂ ਜਿਸ ਮਾਹੌਲ 'ਚ ਰਹਿੰਦੇ ਹਾਂ ਸ਼ਾਇਦ ਸਾਡਾ ਉਹੀ ਮਾਹੌਲ ਹੀ ਜ਼ਿੰਦਗੀ ਦਾ ਸੱਚਾਈ ਬਣ ਜਾਂਦੀ ਹੈ, ਉਸ ਤੋਂ ਬਾਅਦ ਆਪਾਂ ਦੇਖ ਹੀ ਨਹੀਂ ਪਾਉਂਦੇ। ਹੁਣ ਜੇ ਅੱਜ UKVI ਦੀ ਤੁਸੀਂ ਜੌਬ ਸਰਚ ਕਰੋਗੇ, ਰਿਨਿਊਏਬਲ ਐਨਰਜੀ ਹੋ ਗਿਆ, ਮੈਨੇਜਮੈਂਟ ਹੋ ਗਿਆ, ਫਾਈਨੈਂਸ ਹੋ ਗਿਆ, ਅਕਾਊਂਟੈਂਟ ਹੋ ਗਿਆ, ਬਹੁਤ ਸਾਰੀ ਜੌਬਸ ਅਵੇਲੇਬਲ ਹੈ। ਬਟ ਇੱਕ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਜੋ ਉੱਥੇ ਬੈਠਾ ਹੈ ਜਾਂ ਡਿਪੈਂਡੈਂਟ ਜੋ ਉੱਥੇ ਬੈਠਾ ਹੈ, ਉਹ ਇਹਨਾਂ ਵੈਬਸਾਈਟਾਂ 'ਤੇ ਨਹੀਂ ਜਾਂਦਾ ਜੌਬ ਲੱਭਣ ਵਾਸਤੇ, ਉਹ ਜਾਂਦਾ ਉੱਥੇ ਜਿਹੜੇ ਆਪਣੇ ਜੌਬ ਸੈਂਟਰਸ ਨੇ ਜਾਂ ਕੋਈ ਦੋਸਤ ਮਿੱਤਰ ਹੋਇਆ ਉਹਨੂੰ ਪੁੱਛਦਾ ਵੀ ਕਿੱਥੇ ਜੌਬ ਕਰਦੇ ਆ ਕੀ ਲੱਗੂਗਾ। ਹੁਣ ਜੇ ਇੱਕ ਦੋਸਤ ਮਿੱਤਰ ਕੰਸਟਰਕਸ਼ਨ ਵਾਲੇ ਕੰਮ 'ਤੇ ਲੱਗਿਆ ਹੋਇਆ, ਉਹ ਵੱਧ ਤੋਂ ਵੱਧ ਉੱਥੇ ਲੈ ਕੇ ਜਾ ਪਾਊਗਾ ਉਹਨੂੰ। ਹੁਣ ਜੇ ਉਸ ਕੰਸਟਰਕਸ਼ਨ ਵਰਕਰ ਵਾਲੇ ਕੰਸਟਰਕਸ਼ਨ ਵਰਕ ਦੇ ਵਿੱਚ ਰਿਸੈਸ਼ਨ ਹੈ ਜਾਂ ਜੌਬਾਂ ਨਹੀਂ ਅਵੇਲੇਬਲ ਹੈਗੀਆਂ, ਤਾਂ ਮੈਂ ਕੁਦਰਤੀ ਗੱਲ ਇਹੀ ਕਹਾਂਗਾ ਇੱਥੇ ਨੌਕਰੀਆਂ ਨਹੀਂ ਹੈਗੀਆਂ, ਇੱਥੇ ਆਉਣ ਦੀ ਲੋੜ ਨਹੀਂ ਹੈਗੀ। ਜਾਂ ਜੋ ਮੇਰੇ ਰੂਮਮੇਟ ਹੈ ਕਿਤੇ ਮੈਕਡੋਨਲਡ ਲੱਗਿਆ, ਹੰਗਰੀ ਜੈਕਸ ਲੱਗਿਆ, ਉੱਥੇ ਵੀ ਕੰਮ ਦੀ ਘਾਟ ਹੈ, ਮੇਰੇ ਲਈ ਤਾਂ ਉਹੀ ਸੱਚਾਈ ਬਣ ਜਾਂਦੀ ਹੈ। ਬਟ ਕੀ ਇਹ ਐਕਚੁਅਲ ਯੂਕੇ ਇੱਥੇ ਹੀ ਖਤਮ ਹੋ ਜਾਂਦਾ ਹੈਗਾ? ਦਾ ਆਨਸਰ ਇਜ਼ ਨੋ। ਤਾਂ ਹੀ ਸ਼ਾਇਦ ਯੂਕੇ ਗਵਰਨਮੈਂਟ ਨੇ ਆਹ ਅਨਾਊਂਸਮੈਂਟ ਕੀਤੀ ਹੈ। ਯੂਕੇ ਗਵਰਨਮੈਂਟ ਨੂੰ ਕੋਈ ਪਈ ਥੋੜ੍ਹਾ ਨਾ ਸੀਗੀ ਵੀ ਇੰਡੀਅਨਸ ਵਾਸਤੇ ਸਪੈਸ਼ਲੀ ਕੈਟੇਗਰੀ ਬਣਾਈ ਜਾਵੇ ਜਿੱਥੇ ਆਲਰੇਡੀ ਉਹਨਾਂ ਦਾ ਜੌਬ ਦਾ ਚੱਲਦਾ ਪਿਆ ਸਟਰਗਲ। ਬਟ ਇਹ ਜੌਬ ਦਾ ਸਟਰਗਲ ਕਿਹੜੇ ਹਿੱਸੇ 'ਚ ਚੱਲਦਾ ਪਿਆ? ਜਿਵੇਂ ਮੈਂ ਤੁਹਾਨੂੰ ਕਿਹਾ ਮਿਡਲ ਲੈਵਲ, ਨਾਟ ਐਟ ਲੋਅਰ ਲੈਵਲ। ਹੁਣ ਜੇ ਮਿਡਲ ਲੈਵਲ ਵਾਲਾ ਬੰਦਾ ਜੋ ਉਹਨਾਂ ਨੂੰ ਨਹੀਂ ਮਿਲਦਾ ਪਿਆ, ਇੰਗਲਿਸ਼ ਬੋਲਣ ਵਾਲਾ, ਆਫਿਸ ਜਾ ਕੇ ਕੰਮ ਕਰਨ ਵਾਲਾ, ਉਸੇ ਨੂੰ ਖਾਣਾ ਪੂਰਤੀ ਕਰਨ ਲਈ ਜਾਂ ਉਹੀ ਭਰਤੀ ਕਰਨ ਲਈ 2 ਸਾਲ ਵਾਸਤੇ ਐਟਲੀਸਟ ਇਹ ਵੀਜ਼ੇ ਦੀ ਅਨਾਊਂਸਮੈਂਟ ਕੀਤੀ ਗਈ ਹੈ। ਤਾਂ ਲੌਜੀਕਲੀ ਦੇ ਉਹਨਾਂ ਕੋਲ ਜੇ ਜਗ੍ਹਾ ਹੋਏਗੀ ਉਹ ਤਾਂ ਹੀ ਬੰਦੇ ਲੈ ਕੇ ਜਾਣਗੇ, ਨਹੀਂ ਤਾਂ ਉਹ ਬੰਦਿਆਂ ਨੂੰ ਕਿਉਂ ਵਧਾਉਣਗੇ। ਸੋ ਜਿਹੜੇ ਉਧਰਲੀ ਸਾਈਡ ਆਪਣੇ ਇੰਡੀਅਨਸ ਰਹਿੰਦੇ ਆ ਉਹਨਾਂ ਵਾਸਤੇ ਯੂਕੇ ਗਵਰਨਮੈਂਟ ਕੁਝ ਕਰ ਰਹੀ ਹੈ ਜਾਂ ਨਹੀਂ? ਦੇਖੋ ਉਹਨਾਂ ਵਾਸਤੇ ਤਾਂ ਬੜਾ ਕਲੀਅਰ ਹੈ ਜੀ, ਜਿਹੜਾ ਰੂਲਸ ਦੇ ਵਿੱਚ ਰਹੇਗਾ। ਇਹ ਰੂਲ ਇਕੱਲਾ ਇਹ ਕੁਐਸਚਨ ਜਿਹੜਾ ਹੈ ਇਕੱਲਾ ਯੂਕੇ ਵਾਸਤੇ ਇਨ ਪਿਕਚਰ ਨਹੀਂ ਆਉਂਦਾ, ਇਹ ਹਰ ਇੱਕ ਕੰਟਰੀ ਵਾਸਤੇ ਇਨ ਪਿਕਚਰ ਆਉਂਦਾ ਹੈ। ਰੂਲਸ ਦੀ ਸਭ ਤੋਂ ਵੱਡੀ ਖਾਸੀਅਤ ਪਤਾ ਕੀ ਹੈ? ਜੇ ਆਪਾਂ ਰੋਡ ਦੇ ਰੂਲਸ ਵੀ ਦੇਖੀਏ, ਜਦ ਤੱਕ ਮੈਂ ਰੂਲ ਦੇ ਹੇਠਾਂ ਚਲਾ ਰਿਹਾ ਜ਼ਿੰਦਗੀ ਮੇਰੇ ਆਪਣੇ ਹੱਥ ਵਿੱਚ ਹੈ। ਜਦ ਮੈਂ ਰੂਲ ਤੋੜਾਂਗਾ ਸ਼ਾਇਦ ਮੇਰੀ ਜ਼ਿੰਦਗੀ ਕਿਸੇ ਹੋਰ ਦੇ ਹੱਥ ਵਿੱਚ ਹੋਏਗੀ।
ਉਸੇ ਤਰੀਕੇ ਦੇ ਨਾਲ ਮੈਂ ਕੋਈ ਕੰਟਰੀ ਦਾ ਵੀਜ਼ਾ ਲਿੱਤਾ, ਮੈਨੂੰ ਇੱਕ ਰੂਲਸ ਦੀ ਲਿਸਟ ਦਿੱਤੀ ਗਈ ਵੀ ਆਹ ਤੁਹਾਡੇ ਡੂਜ਼ ਐਂਡ ਡੋਂਟਸ ਹੈ। ਜੇ ਮੈਂ ਉਹਦੇ ਵਿੱਚ ਰਵਾਂਗਾ ਤਾਂ ਡੈਫੀਨੇਟਲੀ ਆਪਣੀ ਮੰਜ਼ਿਲ ਤੇ ਪਹੁੰਚਾਂਗਾ। ਜੇ ਮੈਂ ਰੂਲਸ ਨੂੰ ਤੋੜਨਾ ਸ਼ੁਰੂ ਕਰਤਾ ਤਾਂ ਮੈਂ ਆਪਣੀ ਮੰਜ਼ਿਲ ਤੋਂ ਭਟਕ ਗਿਆ। ਫਿਰ ਕੰਟਰੋਲ ਕਿਸੇ ਹੋਰ ਦੇ ਹੱਥ ਹੈ। ਫਿਰ ਚਾਹੇ ਉਹ ਯੂਕੇ ਹੈ, ਉਹ ਕੈਨੇਡਾ ਹੈ, ਆਸਟ੍ਰੇਲੀਆ, USA ਹੈ, ਕੋਈ ਵੀ ਦੇਸ਼ ਲਾ ਲਓ, ਸ਼ਾਇਦ ਉਹ ਸਾਰੇ ਦੇਸ਼ ਘੱਟ ਪੈਣਗੇ ਜਾਂ ਮੈਂ ਉਹਨਾਂ ਨੁਕਸ ਹੀ ਕੱਢਦੇ ਰਵਾਂਗਾ ਉਹਨਾਂ ਦੇਸ਼ਾਂ ਦੇ ਵਿੱਚ ਜੇ ਮੈਂ ਰੂਲ ਆਪ ਤੋੜਦਾ ਪਿਆ ਤਾਂ ਫਿਰ ਗਲਤ ਤਾਂ ਦੂਜਾ ਬੰਦਾ ਹੀ ਹੋ ਜਾਂਦਾ। UK ਦਾ ਸਿਸਟਮ ਬੜਾ ਕਲੀਅਰ ਸੀਗਾ ਜਦ ਉਹਨਾਂ ਨੇ ਪੁਆਇੰਟ ਬੇਸ ਦਿੱਤਾ ਸੀਗਾ, ਪੜ੍ਹਾਈ ਤੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ ਲਓ, ਉਸ ਤੋਂ ਬਾਅਦ ਜਦ ਤੁਸੀਂ ਕਾਬਲ ਹੋ ਤੁਸੀਂ ਪੋਸਟ ਅੜੇ ਪੁਆਇੰਟ ਸਿਸਟਮ ਹੈਗੇ ਆ UK ਦੇ, ਉਹਦੇ ਹੇਠਾਂ ਕੁਆਲੀਫਾਈ ਕਰ ਸਕਦੇ ਹੋ PR ਵਾਸਤੇ। ਹਾਂ, ਇਹ ਵੀ ਬੜਾ ਕਲੀਅਰ ਸੀਗਾ, ਉਹ ਪੁਆਇੰਟ ਬੇਸ ਲੈਣ ਵਾਸਤੇ ਤੁਹਾਨੂੰ ਕੁਆਲੀਫਾਈਡ ਹੋਣਾ ਪਏਗਾ। ਨਾਨ ਕੁਆਲੀਫਾਈਡ ਜਾਂ ਲੈਸ ਕੁਆਲੀਫਾਈਡ ਬੰਦਾ ਉਹ ਪੁਆਇੰਟ ਸਿਸਟਮ ਨੂੰ ਹਿੱਟ ਹੀ ਨਹੀਂ ਕਰ ਸਕਦਾ ਕਿਉਂਕਿ ਉਹਦੇ ਪੁਆਇੰਟ ਹੀ ਨਹੀਂ ਬਣਨਗੇ। ਹੁਣ ਜਿਹੜਾ ਬੰਦਾ ਗੱਲ ਕਰਦਾ ਪਿਆ ਮੈਂ PR ਨਹੀਂ ਹੋ ਪਾਵਾਂ, UK PR ਨਹੀਂ ਦਿੰਦਾ, ਉਹਦੀ ਦੁਨੀਆ 'ਚ ਉਹ ਸੱਚ ਹੈ ਕਿਉਂਕਿ ਉਹ ਪੁਆਇੰਟ ਹੀ ਨਹੀਂ ਪੂਰੇ ਕਰ ਪਾ ਰਿਹਾ। ਪਰ ਇਹੋ ਜਿਹੀ ਦੁਨੀਆ ਵੀ ਹੈਗੀ ਹੈ ਜਿਹਦੇ ਲਈ ਉਹ ਪੁਆਇੰਟ ਲੈਣੇ ਜਾਂ ਉਹ ਪਹਿਲੇ ਦਿਨ ਤੋਂ ਹੀ ਉਸ ਫੋਕਸ ਨਾਲ ਚੱਲਦਾ ਪਿਆ ਮੈਂ ਪੁਆਇੰਟ ਲੈਣੇ ਹੈ ਤਾਂ ਉਹ ਉਹਦੇ ਲਈ ਪੁਆਇੰਟ ਬਣਦੇ, ਉਹਨੂੰ PR ਮਿਲਦੀ ਹੈ। ਸਟਰਗਲ ਤਾਂ ਹੋਣਾ ਹੀ ਹੋਣਾ ਕਿਉਂਕਿ ਜਿਹੜਾ ਰੂਲ ਐਂਡ ਰੈਗੂਲੇਸ਼ਨ ਹੈ ਆਪਾਂ ਬਿਨਾਂ ਸਮਝੇ ਜਾਂਦੇ ਹਾਂ ਉਹਨਾਂ ਦੇਸ਼ਾਂ ਦੇ ਵਿੱਚ। ਆਪਾਂ ਵੀਜ਼ਾ ਲੈ ਕੇ ਖੁਸ਼ ਹੋ ਜਾਂਦੇ ਹਾਂ, ਪਹੁੰਚਣ ਦਾ ਰਾਈਟ ਮਿਲ ਗਿਆ, ਪਰ ਉੱਥੇ ਜਾ ਕੇ ਰਹਿਣਾ ਸਹਿਣਾ ਅਗਲੀ ਸਟੇਜ ਦੀ ਤਿਆਰੀ ਕਿਵੇਂ ਕਰਨੀ ਹੈ ਉਹ ਰੂਲ ਵੀ ਥੋੜ੍ਹੇ ਸਮਝ ਕੇ ਜਾਈਏ ਅਤੇ ਨਾਲ ਨਾਲ ਉਹਨੂੰ ਸਮਝਦੇ ਰਹੀਏ ਉੱਥੇ ਪਹੁੰਚ ਕੇ, ਫਿਰ ਮੰਜ਼ਿਲ ਕੋਈ ਔਖੀ ਥੋੜ੍ਹਾ ਨਾ। ਤੇ ਲੋਕੀ ESS ਗਲੋਬਲ ਨੂੰ ਹੀ ਕਿਉਂ ਚੂਜ਼ ਕਰਨ ਇਸ ਚੀਜ਼ ਵਾਸਤੇ? ਵੈਲ, ਇਹਦਾ ਬੜਾ ਸਿੰਪਲ ਜਿਹਾ ਆਨਸਰ ਹੈ ਜੀ। ਅੱਜ ਤੁਸੀਂ ਬਾਹਰ ਜਾਣ ਦੀ ਕਿਉਂ ਸੋਚਦੇ ਪਏ ਹੋ? ਇੱਕ ਕੁਐਸਚਨ ਆਉਂਦਾ ਵਾਏ। ਸਾਡੇ ਕੰਮ ਕਰਨ ਦਾ ਐਗਜ਼ਿਸਟੈਂਸ ਹੈ, ਸਾਡੇ ਕੰਮ ਕਰਨ ਦਾ ਤਰੀਕਾ ਵੀ ਵਾਏ ਹੈ। ਸਾਡਾ ਵਾਏ ਅਤੇ ਤੁਹਾਡਾ ਵਾਏ ਸੇਮ ਹੁੰਦਾ, ਕਾਮਨ ਹੁੰਦਾ। ESS ਗਲੋਬਲ ਆਪਣੇ ਜਿਹੜੀ ਕਮਾਈ ਹੈਗੀ ਹੈ ਉਦਣ ਕਰਦਾ ਜਿੱਦਣ ਤੁਹਾਡਾ ਵੀਜ਼ਾ ਆਉਂਦਾ ਹੈ। ਦੈਟ ਮੀਨ ਜਦ ਤੁਹਾਡਾ ਵਾਏ ਐਡਰੈਸ ਹੋ ਜਾਂਦਾ ਹੈ, ਤੁਹਾਨੂੰ ਉਹ ਚੀਜ਼ ਮਿਲ ਗਈ ਜਿਹਦੇ ਲਈ ਤੁਸੀਂ ਸਾਨੂੰ ਸਿਲੈਕਟ ਕੀਤਾ ਸੀਗਾ, ਅਤੇ ਅਸੀਂ ਉਸ ਟਾਈਮ ਆਪਣੀ ਚੀਜ਼ ਲਾਵਾਂਗੇ ਜਿਹਦੇ ਲਈ ਅਸੀਂ ਸਾਡਾ ਪ੍ਰੋਫੈਸ਼ਨਲ ਗਠਬੰਧਨ ਹੋਇਆ ਸੀਗਾ। ਤਾਂ ਤੁਹਾਡਾ ਵਾਏ ਬਾਹਰ ਜਾਣ ਦਾ ਮਕਸਦ ਅਤੇ ਸਾਡਾ ਕੰਮ ਕਰਨ ਦਾ ਮਕਸਦ ਇੱਕੋ ਹੈ, ਤੁਹਾਡਾ ਸਕਸੈਸ, ਜਿਹਦੇ ਲਈ ਅਸੀਂ ਕੰਮ ਕਰਦੇ ਹਾਂ ਤੁਹਾਡੇ ਨਾਲ ਮਿਲ ਕੇ। I think that is one good enough reasons ਤੁਹਾਨੂੰ ESS ਗਲੋਬਲ ਨਾਲ ਜੁੜਨਾ ਚਾਹੀਦਾ ਹੈ। ਸੋ ESS ਗਲੋਬਲ ਦੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਵੈਲ, ਬੜਾ ਸਿੰਪਲ ਹੈ ਜੀ। ਸਾਡਾ ਸਿਰਫ ਕੰਮ ਜਾਂ ਗੱਲਬਾਤ ਕਰਨ ਦਾ ਤਰੀਕਾ ਕਾਗਜ਼ ਇਕੱਠੇ ਕਰਕੇ ਅੱਗੇ ਲਿਜਾਣਾ ਨਹੀਂ ਹੁੰਦਾ ਕਿਉਂਕਿ ਜੇ ਮੇਰੇ ਬੜੇ ਸਿੰਪਲ ਜਿਹੇ ਥਾਟ ਹੈ, ਅੱਜ ਜਿਹੜੀ ਫਾਈਲ ਦਿੰਦੇ ਪਏ ਹੋ ਤੁਸੀਂ ਉਸ ਕੰਟਰੀ ਨਾਲ ਇੱਕ ਨਵਾਂ ਰਿਸ਼ਤਾ ਸ਼ੁਰੂ ਕਰਦੇ ਪਏ ਹੋ। ਉਹ ਰਿਸ਼ਤਾ ਜਿਹੜੀ ਇਨਫੋਰਮੇਸ਼ਨ ਦੇ ਉੱਤੇ ਸਾਰੀ ਜ਼ਿੰਦਗੀ ਤੁਹਾਡੀ ਟਿਕੀ ਹੋਈ ਹੈ। ਕੱਲ੍ਹ ਤੁਸੀਂ ਪੱਕੇ ਵੀ ਹੋਣਾ ਹੈ। ਅੱਜ ਜਿਹੜੀ ਫਾਈਲ ਦੇ ਵਿੱਚ ਇਨਫੋਰਮੇਸ਼ਨ ਦਿਓਗੇ ਉਹ ਤੁਹਾਡੀ ਫਾਈਲ ਦਾ ਫਾਊਂਡੇਸ਼ਨ ਬਣੇਗੀ। ESS ਗਲੋਬਲ ਜਾਂ ਕੋਈ ਸਿਆਣਾ ਕੰਸਲਟੈਂਟ ਬੇਸਿਕਲੀ ਤੁਹਾਨੂੰ ਆਪਣੇ ਨਾਲ ਐਵੇਂ ਜੋੜਦਾ ਵੀ ਤੁਹਾਡੀ ਜ਼ਿੰਮੇਵਾਰੀ ਕੀ ਹੈਗੀ ਹੈ ਅਤੇ ਸਾਡੇ ਜ਼ਿੰਮੇਵਾਰੀ ਕੀ ਹੈ ਐਜ਼ ਅ ਫਾਈਲ ਪਰਸਪੈਕਟਿਵ। ਅਸੀਂ ਬੜਾ ਕਲੀਅਰ ਹੋ ਕੇ ਚੱਲਦੇ ਹਾਂ ਦੈਟ ਤੁਹਾਡੇ ਕਾਗਜ਼ ਜਿਹੜੇ ਹੈ ਤੁਹਾਡੇ ਤੋਂ ਦਿਖਾਏ ਬਗੈਰ ਓਕੇ ਕਰਾਏ ਬਗੈਰ ਅੱਗੇ ਨਹੀਂ ਜਾਂਦੇ। ਦੈਟ ਮੀਨ ਤੁਸੀਂ ਉਸ ਬੰਦੇ ਨਾਲ ਉਸ ਦੇਸ਼ ਨਾਲ ਰਿਸ਼ਤਾ ਜੋੜਨ ਲੱਗੇ ਹੋ ਨਾ, ਤੁਹਾਨੂੰ ਪਤਾ ਹੋਊਗਾ ਤੁਹਾਡਾ ਕਿਹੜਾ ਕਾਗਜ਼ ਫਾਈਲ 'ਚ ਗਿਆ ਹੈਗਾ। ਐਂਡ ਇਹ ਅੱਜ ਦੀ ਟਾਈਮ ਦੀ ਡਿਮਾਂਡ ਹੈ ਟੂ ਬੀ ਟਰਾਂਸਪੇਰੈਂਟ। ਤੁਹਾਡੀ ਫਾਈਲ, ਮੈਂ ਸਿਰਫ ਸਰਵਿਸ ਪ੍ਰੋਵਾਈਡਰ ਹਾਂ, ਤੁਹਾਡੀ ਫਾਈਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਉਸ ਦੇਸ਼ ਦੀ ਅੰਬੈਸੀ ਦੇ ਰਿਕਾਰਡ 'ਚ ਕੀ ਬੋਲਦਾ ਹੈ। ਸਾਡਾ ਕੰਮ ਕਰਨ ਦਾ ਤਰੀਕਾ ਬੜਾ ਹੀ ਟਰਾਂਸਪੇਰੈਂਟ ਹੈਗਾ। ਸੋ ਚਾਹੀਦਾ ਵੀ ਇਸ ਤਰ੍ਹਾਂ ਹੀ ਆ। ਜਦੋਂ ਅਸੀਂ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਕਾਫੀ ਜਿਹੜੇ ਸਾਨੂੰ ਇੱਦਾਂ ਦੇ ਹੀ ਮਿਲੇ ਆ, ਬਟ ਕਹਿੰਦੇ ਨਾ ਵੀ ਇੱਕ ਯਕੀਨ ਹੁੰਦਾ ਹੈ, ਉਹ ਸ਼ਾਇਦ ਲੋਕਾਂ ਨੂੰ ਤੁਹਾਡੇ ਤੇ ਹੈ। ਸੋ ਥੈਂਕ ਯੂ ਸੋ ਮਚ ਸਰ, ਬਹੁਤ ਵਧੀਆ ਲੱਗਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।